ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਉਮੀਦ ਹੈ ਤੁਸੀਂ ਸਾਰੇ ਸਿਹਤਮੰਦ ਹੋਣਗੇ। ਗਰਮੀ ਬਹੁਤ ਹੈ ਇੰਡੀਆ 'ਚ ਤੇ ਇਸ ਟਾਈਮ। ਤੇ ਜਿਵੇਂ ਕਿ ਮੈਨੂੰ ਉਮੀਦ ਹੈ ਤੁਸੀਂ ਸਾਰੇ ਸਾਡੇ ਐਂਗੂਲਰ ਦੇ HTML ਦੇ ਪ੍ਰੋਗਰਾਮਿੰਗ ਦੇ ਜੋ ਟਿਊਟੋਰੀਅਲਸ ਨੇ ਦੇਖਦੇ ਹੋਵੋਗੇ। ਤੁਹਾਡੀ ਬਦੌਲਤ ਹੀ ਆਪਾਂ ਪੰਜਾਬੀ ਦੇ ਵਿੱਚ ਟਿਊਟੋਰੀਅਲਸ ਲੈ ਕੇ ਆਏ ਹਾਂ ਤੇ ਤੁਹਾਡੇ ਪਿਆਰ ਨਾਲ ਹੀ ਹੋਰ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਪੰਜਾਬੀ ਦੇ ਵਿੱਚ ਹੀ। ਹਿੰਦੀ ਪੰਜਾਬੀ 'ਚ ਹੁਣ ਈਜ਼ੀਲੀ ਤੁਸੀਂ ਪ੍ਰੋਗਰਾਮਿੰਗ ਸਿੱਖ ਸਕਦੇ ਹੋ। ਤੇ ਮੈਨੂੰ ਕਾਫੀ ਐਕਚੁਅਲੀ ਮੈਸੇजेस ਆ ਰਹੇ ਤੇ ਅੱਜ ਦੀ ਵੀਡੀਓ ਦਾ ਮੇਨ ਟੌਪਿਕ ਉਸ 'ਤੇ ਹੀ ਡਿਪੈਂਡ ਹੈ ਆਪਣਾ, ਕਿਉਂਕਿ ਸਾਰੇ ਪੁੱਛ ਰਹੇ ਸੀਗੇ ਕਿ ਸਰ ਐਂਗੂਲਰ ਹੀ ਜ਼ਰੂਰੀ ਹੈ ਸਿੱਖਣੀ। ਸਾਨੂੰ ਤਾਂ ਸਕੂਲ ਦੇ ਵਿੱਚ ਜਾਂ ਵੀ ਕੈਨ ਸੇ ਕਾਲਜਿਸ ਦੇ ਵਿੱਚ ਜਾਂ ਇੰਸਟੀਚਿਊਟਸ ਦੇ ਵਿੱਚ ਕਿਸੇ ਨੂੰ C++ ਸਿਖਾਈ ਜਾਂਦੀ ਹੈ, ਕਿਸੇ ਨੂੰ ਪਾਈਥਨ ਬਾਰੇ ਦੱਸਿਆ ਜਾਂਦਾ ਹੈ। ਤੇ ਹੁੰਦਾ ਕੀ ਹੈ ਇਹ ਐਕਚੁਅਲੀ ਅੱਜ ਆਪਾਂ ਗੱਲ ਕਰਦੇ ਹਾਂ ਕਿ IT ਦੇ ਵਿੱਚ ਡਿਫਰੈਂਟ ਪ੍ਰੋਗਰਾਮਿੰਗ ਲੈਂਗੁਏजेस ਨੇ ਤੇ IT ਦੇ ਵਿੱਚ ਅਲੱਗ-ਅਲੱਗ ਕਰੀਅਰਸ ਨੇ, ਵੀ ਕੈਨ ਸੇ ਡਿਫਰੈਂਟ ਪ੍ਰੋਫਾਈਲਸ ਨੇ। ਹੁਣ ਕੋਈ ਕੰਪਨੀ ਪਾਈਥਨ ਤੇ ਕੰਮ ਕਰਦੀ ਹੈ, ਕੋਈ ਐਂਗੂਲਰ ਤੇ ਕੰਮ ਕਰਦੀ ਹੈ, ਕੋਈ .NET ਤੇ ਕੰਮ ਕਰਦੀ ਹੈ, C++ ਚਾਹੀਦੇ ਨੇ ਕਿਸੇ ਨੂੰ ਡਿਵੈਲਪਰਸ। ਤੇ ਤੁਸੀਂ ਕਿਹੜੇ ਲੈਂਗੁਏजेस ਸਿੱਖ ਸਕਦੇ ਹੋ, ਕਿਹੜੀਆਂ ਈਜ਼ੀਲੀ ਸਿੱਖ ਸਕਦੇ ਹੋ ਤੇ ਕਿਹੜੀ ਪ੍ਰੋਗਰਾਮਿੰਗ ਲੈਂਗੁਏजेस ਦੇ ਵਿੱਚ ਤੁਹਾਨੂੰ ਜ਼ਿਆਦਾ ਪੈਕੇਜ ਮਿਲਦਾ ਹੈ। ਮੇਨਲੀ ਤਾਂ ਲਾਸਟ 'ਚ ਗੱਲ ਪੈਕੇਜ ਦੀ ਆਉਂਦੀ ਹੈ ਤੇ ਕਿਹਦੇ ਵਿੱਚ ਜ਼ਿਆਦਾ ਪੈਕੇਜ ਮਿਲਦਾ ਹੈ ਉਹ ਵੀ ਆਪਾਂ ਦੇਖ ਲਾਂਗੇ ਅੱਜ। ਜ਼ਿਆਦਾਤਰ ਆਪਣੇ ਇੱਥੇ ਪਾਈਥਨ ਵਧੀਆ ਪ੍ਰੋਗਰਾਮਿੰਗ ਲੈਂਗੁਏਜ ਹੈ, ਲੇਕਿਨ ਉਹਦਾ ਸਕੋਪ ਹੈ ਨਹੀਂ, ਇੰਨਾ ਸਕੋਪ ਹਲੇ ਘੱਟ ਹੈ। ਆਉਣ ਵਾਲੇ ਫਿਊਚਰ ਦੇ ਵਿੱਚ ਆਈ ਹੋਪ ਕਿ ਕਾਫੀ ਜ਼ਿਆਦਾ ਓਪਨਿੰਗਸ ਹੋਣਗੀਆਂ ਉਹਦੀਆਂ। ਪਾਈਥਨ ਹੈ ਜਿਹੜੀ ਲੈਂਗੁਏਜ ਉਹ ਸਭ ਤੋਂ ਈਜ਼ੀਲੀ ਲਰਨ ਹੋ ਜਾਂਦੀ ਹੈ ਵੈਸੇ, ਪਰ ਉਸਦੀ ਡਿਮਾਂਡਸ ਨਹੀਂ ਹਾਲੇ ਇੰਨੀ ਆਪਣੇ ਲੋਕਲ ਏਰੀਆ 'ਚ, ਆਪਣੇ ਇੰਡੀਆ ਦੇ ਵਿੱਚ ਵੀ ਕੈਨ ਸੇ, ਕਿਉਂਕਿ ਪਾਈਥਨ ਜ਼ਿਆਦਾਤਰ ਮਸ਼ੀਨ ਲਰਨਿੰਗ 'ਚ ਕੰਮ ਆਉਂਦੀ ਹੈ, AI 'ਚ, ਇੰਟਰਨੈਟ ਆਫ ਥਿੰਗਸ IoT ਤੁਸੀਂ ਸੁਣਿਆ ਹੋਣਾ, ਉਹਦੇ 'ਚ ਵੀ ਪਾਈਥਨ ਕਾਫੀ ਕੰਮ ਆਉਂਦੀ ਹੈ। ਇਹ ਫਿਊਚਰ ਹੈ ਪਾਈਥਨ, ਬਟ ਫਿਲਹਾਲ ਪਾਈਥਨ ਦੀ ਇੰਨੀ ਜ਼ਿਆਦਾ ਓਪਨਿੰਗਸ ਨਹੀਂ ਹੁੰਦੀਆਂ। ਮੇਰੇ ਨੋਨ ਨੇ 2-3 ਸਟੂਡੈਂਟਸ ਜਿਨ੍ਹਾਂ ਨੇ ਪਾਈਥਨ 'ਚ ਟ੍ਰੇਨਿੰਗ ਕੀਤੀ, ਬਟ ਉਹਨਾਂ ਨੂੰ ਬਾਅਦ 'ਚ PHP ਜਾਂ ਕੁਛ ਹੋਰ ਲੈਂਗੁਏਜ ਸਿੱਖ ਕੇ ਜੋਬ ਕਰਨੀ ਪਈ। ਪਾਈਥਨ ਦੀ ਜੋਬ ਇੰਨੀ ਛੇਤੀ ਮਿਲਦੀ ਹੈ ਨਹੀਂ। ਜਾਂ ਫਿਰ ਤੁਸੀਂ ਫੋਕਸ ਇਹ ਰੱਖੋ, ਤੁਸੀਂ ਮਸ਼ੀਨ ਲਰਨਿੰਗ ਵਗੈਰਾ ਸਾਰਾ ਕੁਝ ਸਿੱਖੋ ਪਾਈਥਨ ਦੇ ਵਿੱਚ, ਫਿਰ ਤੁਸੀਂ ਜੋਬ ਟਰਾਈ ਕਰ ਸਕਦੇ ਹੋ। ਬਟ ਮੈਂ ਸੁਜੈਸਟ ਨਹੀਂ ਕਰਦਾ ਕਿ ਫਰੈਸ਼ਰ ਨੂੰ ਹੀ ਪਾਈਥਨ ਸਿੱਖਣੀ ਚਾਹੀਦੀ ਹੈ, ਖਾਸ ਕਰਕੇ ਜਿਹਨੇ ਇੰਡੀਆ 'ਚ ਜੋਬ ਲੱਭਣੀ ਹੈ। ਤੇ ਦੂਜੀ ਗੱਲ ਆ, ਸਭ ਤੋਂ ਜ਼ਿਆਦਾ ਡਿਮਾਂਡ 'ਚ ਕਿਹੜੀ ਚੀਜ਼ ਹੈ ਇਸ ਟਾਈਮ? ਸਭ ਤੋਂ ਜ਼ਿਆਦਾ ਡਿਮਾਂਡਸ ਹੈ ਜਾਵਾਸਕ੍ਰਿਪਟ, ਜੋ ਕਿ ਕਾਲਜਿਸ ਦੇ ਵਿੱਚ ਵੀ ਆਈ ਥਿੰਕ ਸਿਖਾਈ ਜਾਂਦੀ ਹੋਊਗੀ। ਹਾਂ, ਕਿਉਂਕਿ ਜਾਵਾਸਕ੍ਰਿਪਟ ਇੱਕ ਓਪਨ ਸੋਰਸ ਲੈਂਗੁਏਜ ਹੈ ਤੇ ਜਾਵਾਸਕ੍ਰਿਪਟ ਦੇ ਨੂੰ ਹੀ ਐਡਵਾਂਸ ਕਰਕੇ ਉਸਦੇ ਨਵੇਂ ਫਰੇਮਵਰਕਸ ਆ ਗਏ, ਨਵੀਂ ਲੈਂਗੁਏजेस ਆਈਆਂ ਜੋ ਉਹ ਸਾਰੀ ਮੋਸਟਲੀ JS ਹੀ ਨੇ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਣੇ ਕਿ ਐਂਗੂਲਰ ਦੇ ਟਿਊਟੋਰੀਅਲ ਆਪਾਂ ਸ਼ੁਰੂ ਕੀਤੇ ਨੇ, ਉਹ ਵੀ ਐਂਗੂਲਰ ਜਿਹਨੂੰ ਜਾਵਾਸਕ੍ਰਿਪਟ ਈਜ਼ੀਲੀ ਆਉਂਦੀ ਹੈ ਉਹ ਐਂਗੂਲਰ ਸਿੱਖ ਸਕਦਾ ਹੈ। ਐਂਗੂਲਰ ਵੀ ਜਾਵਾਸਕ੍ਰਿਪਟ ਤੇ ਹੀ ਬਣੀ ਹੈ। ਤੇ ਐਂਗੂਲਰ ਹੋ ਗਈ, ਐਂਗੂਲਰ ਬਣਾਈ ਹੈ ਆਪਣੀ ਗੂਗਲ ਨੇ, ਠੀਕ ਹੈ। ਤੇ ਜੇ ਤੁਹਾਨੂੰ ਜਾਵਾਸਕ੍ਰਿਪਟ ਤੇ ਆਉਂਦੀ ਹੈ ਬੜੇ ਵਧੀਆ, ਤੁਸੀਂ ਟੌਪ ਦੀ ਕੰਪਨੀਜ਼ 'ਚ ਵੀ ਜੌਬ ਲੈ ਸਕਦੇ ਹੋ ਸਿਰਫ ਜਾਵਾਸਕ੍ਰਿਪਟ ਕਰਕੇ ਹੀ। ਐਂਗੂਲਰ ਆਉਂਦੀ ਤੁਸੀਂ ਉਹਦੀ ਵੀ ਬਹੁਤ ਜ਼ਿਆਦਾ ਓਪਨਿੰਗਸ ਆਉਂਦੀ ਹੈ ਤੇ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਬਹੁਤ ਵਧੀਆ ਪੈਕੇजेस ਮਿਲਦੇ ਨੇ ਜਿਹਨੂੰ JS ਆਉਂਦੀ ਹੈ, JS ਦੇ ਫਰੇਮਵਰਕਸ ਆਉਂਦੇ ਨੇ। ਜਾਵਾਸਕ੍ਰਿਪਟ ਤੋਂ ਬਾਅਦ ਇੱਕ ਆਪਣੀ jQuery ਹੈ, jQuery ਵੀ ਕਾਫੀ ਜ਼ਿਆਦਾ ਡਿਮਾਂਡ 'ਚ ਹੈ, ਆਉਣੀ ਚਾਹੀਦੀ ਹੈ ਮੀਨਸ ਡਿਵੈਲਪਰ ਨੂੰ, ਲੇਕਿਨ ਉਹਦੀ ਇਕੱਲੀ ਜਾਵਾਸਕ੍ਰਿਪਟ ਤੇ jQuery ਨਾਲ ਜੌਬ ਨਹੀਂ ਮਿਲਦੀ। ਸ਼ਾਇਦ ਫਰੈਸ਼ਰ ਨੂੰ ਮਿਲ ਜਾਵੇ ਕਨਸੈਪਟ ਦੇਖ ਕੇ, ਲੇਕਿਨ ਤੁਹਾਨੂੰ ਐਂਗੂਲਰ ਸਿੱਖਣੀ ਹੀ ਪੈਣੀ ਹੈ। ਜਾਵਾਸਕ੍ਰਿਪਟ, jQuery, ਉਸ ਤੋਂ ਬਾਅਦ ਅਗਲੇ ਫਰੇਮਵਰਕਸ ਆ ਗਏ ਆਪਣੇ ਐਂਗੂਲਰ ਜਾਂ ਫਿਰ ਰਿਐਕਟ। ਜੋ ਰਿਐਕਟ JS ਹੈ ਉਹ ਹੈਗੀ ਹੈ ਫੇਸਬੁੱਕ ਦੀ। ਰਿਐਕਟ JS ਵੀ ਫੇਸਬੁੱਕ ਦੁਆਰਾ ਬਣਾਈ ਗਈ ਹੈ ਤੇ ਐਂਗੂਲਰ ਗੂਗਲ ਦੁਆਰਾ, ਤੇ ਬੋਥ ਆਰ ਔਨ ਹਾਈ ਡਿਮਾਂਡਸ ਤੇ ਦੋਨਾਂ ਦੇ ਬਹੁਤ ਹੀ ਅੱਛੇ ਪੈਕੇजेस ਮਿਲਦੇ ਨੇ। ਤੇ ਮੈਨੂੰ ਉਮੀਦ ਹੈ ਜੇ ਤੁਸੀਂ ਐਂਗੂਲਰ ਸਿੱਖ ਜਾਓਗੇ ਤੇ ਤੁਸੀਂ ਰਿਐਕਟ ਵੀ ਈਜ਼ੀਲੀ ਸਿੱਖ ਸਕਦੇ ਹੋ, ਕਿਉਂਕਿ ਦੋਨੋਂ ਕੰਪੋਨੈਂਟਸ ਤੇ ਬੇਸਡ ਨੇ ਲੈਂਗੁਏजेस। ਜੋ ਐਂਗੂਲਰ 'ਚ ਕੰਪੋਨੈਂਟ ਯੂਜ਼ ਹੁੰਦੇ ਨੇ ਸੇਮ ਹੀ ਰਿਐਕਟ ਦੇ ਵਿੱਚ ਫਲੋ ਹੈ, ਰਿਐਕਟ ਦਾ ਫਲੋ ਵੀ ਸੇਮ ਹੀ ਕੰਪੋਨੈਂਟਸ ਨਾਲ ਹੀ, ਰਾਈਟ। ਤੇ JS ਦੇ ਹੁਣ ਆਪਣੇ ਹੋ ਗਏ ਨੇ ਜਾਵਾਸਕ੍ਰਿਪਟ, jQuery, ਐਂਗੂਲਰ, ਰਿਐਕਟ,
ਤੇ ਜਾਵਾਸਕ੍ਰਿਪਟ ਦੇ ਵਿੱਚ ਹੀ ਹੈ Node.js ਜੋ ਕਿ ਬੈਕ ਐਂਡ ਲਈ APIs ਬਣਾਉਣ ਲਈ ਮੋਸਟਲੀ ਯੂਜ਼ 'ਚ ਆਉਂਦੀ ਹੈ। ਤੇ ਜੇ ਤੁਹਾਨੂੰ Node.js ਵੀ ਆਉਂਦੀ ਹੈ ਤੇ ਉਹ ਤੁਹਾਡਾ ਹੋਰ ਵੀ ਜ਼ਿਆਦਾ ਪਲੱਸ ਪੁਆਇੰਟ ਹੈ। ਤੇ ਇਹਨਾਂ ਦੇ ਨਾਲ ਜ਼ਿਆਦਾਤਰ ਯੂਜ਼ ਹੁੰਦੀ ਹੈ ਆਪਣਾ ਡਾਟਾਬੇਸ MongoDB ਜਾਂ ਫਿਰ MariaDB ਵੀ ਯੂਜ਼ ਹੁੰਦਾ ਹੈ। MongoDB ਤੇ MariaDB, ਜੇ ਤੁਹਾਨੂੰ MongoDB ਅੱਜ ਕੱਲ੍ਹ ਜ਼ਿਆਦਾ ਡਿਮਾਂਡ 'ਚ ਹੈ, MariaDB ਵੀ ਹੈ। MongoDB ਤੇ MariaDB ਡਾਟਾਬੇਸ ਤੁਹਾਨੂੰ ਆਉਣੇ ਚਾਹੀਦੇ ਨੇ, ਰਾਈਟ। ਤੁਸੀਂ ਇੱਕ ਬੜੀ ਟਰਮ ਸੁਣੀ ਹੋਣੀ ਆਪਣੇ ਇੰਟਰਨੈਟ ਤੇ, ਜਾਂ ਤੁਸੀਂ ਕਿਤੇ ਜੌਬ ਲਈ ਅਪਲਾਈ ਕਰਦੇ ਹੋ ਜਾਂ ਕਿਤੇ ਓਪਨਿੰਗਸ ਦੇਖਦੇ ਹੋ, ਮੀਨ ਸਟੈਕ ਜਾਂ ਮਰਨ ਸਟੈਕ। ਮੀਨ ਸਟੈਕ ਕੀ ਹੁੰਦਾ ਹੈ? MEAN, ਮੀਨ ਸਟੈਕ, ਰਾਈਟ। ਜੇ ਮੈਂ ਇਹਨੂੰ ਇਲੈਬੋਰੇਟ ਕਰਾਂ, MEAN, ਮੀਨ ਮਤਲਬ ਸਭ ਤੋਂ ਪਹਿਲਾ ਵਰਡ M ਤੇ ਹੁੰਦਾ MongoDB, E ਤੇ Express.js ਵੀ ਇੱਕ ਜਾਵਾਸਕ੍ਰਿਪਟ ਦਾ ਹੀ ਫਰੇਮਵਰਕ ਹੈ। ਤੁਹਾਨੂੰ ਜਾਵਾਸਕ੍ਰਿਪਟ ਆਉਂਦੀ ਹੈ, Angular, React ਆਉਂਦੀ ਹੈ, Express ਵੀ ਤੁਸੀਂ ਈਜ਼ੀਲੀ ਸਿੱਖ ਸਕਦੇ ਹੋ। Express ਲਈ E ਆਉਂਦਾ ਹੈ, ਉਸ ਤੋਂ ਨੈਕਸਟ ਐਲਫਾਬੈਟ ਹੈ A ਫॉर Angular, ਜੇ ਤੁਹਾਨੂੰ Angular ਆਉਂਦੀ ਹੈ। ਤੇ ਨੈਕਸਟ ਇਜ਼ N ਫॉर Node.js। MongoDB, Express, Angular, Node.js, ਇਹ ਚਾਰਾਂ ਨੂੰ ਕਿਹਾ ਜਾਂਦਾ ਹੈ MEAN, ਮੀਨ ਸਟੈਕ ਡਿਵੈਲਪਰਸ ਹੁੰਦੇ ਨੇ। ਮੀਨ ਡਿਵੈਲਪਰਸ ਜਿਨ੍ਹਾਂ ਦੀ ਤੁਸੀਂ ਲਿੰਕਡਇਨ ਤੇ ਚੈੱਕ ਕਰ ਸਕਦੇ ਹੋ, ਗੂਗਲ ਤੇ ਕਿਤੇ ਵੀ ਸਰਚ ਮਾਰ ਕੇ ਦੇਖ ਸਕਦੇ ਹੋ, ਅੱਛੇ ਪੈਕੇਜਸ ਮਿਲਦੇ ਨੇ ਤੇ ਹਾਈ ਡਿਮਾਂਡ ਨੇ। ਤੇ ਚਾਰੋਂ ਲੈਂਗੁਏਜਸ, ਚਾਰੋਂ ਇਹ ਡਾਟਾਬੇਸ Node.js ਹੋ ਗਿਆ ਜੋ ਬੈਕ ਐਂਡ ਲਈ ਹੁੰਦਾ, APIs ਲਈ। ਉਸ ਤੋਂ MongoDB ਤੋਂ ਡਾਟਾਬੇਸ ਹੈ, ਤੁਹਾਨੂੰ ਪਤਾ ਹੋਣਾ। Express ਜਾਵਾਸਕ੍ਰਿਪਟ ਦਾ ਫਰੇਮਵਰਕ ਹੈ, ਤੇ Angular, ਇਹ ਚਾਰੋਂ ਹੀ ਜਾਵਾਸਕ੍ਰਿਪਟ 'ਚ ਬਣੇ ਨੇ। ਮੀਨਸ ਜੇ ਤੁਹਾਨੂੰ ਜਾਵਾਸਕ੍ਰਿਪਟ ਆਉਂਦੀ ਹੈ, ਤੁਸੀਂ ਇਹਦੇ 'ਚ ਆ ਸਕਦੇ ਹੋ ਈਜ਼ੀਲੀ, ਤੇ ਤੁਸੀਂ ਅੱਛੇ ਪੈਕੇਜ ਤੇ ਜੌਬ ਲੈ ਸਕਦੇ ਹੋ। ਇੱਕ ਇਹਦੇ ਵਰਗੇ ਇੱਕ ਹੋਰ ਟਰਮ ਯੂਜ਼ ਹੁੰਦੀ ਹੈ ਮਰਨ ਸਟੈਕ, MERN, ਮਰਨ ਸਟੈਕ ਡਿਵੈਲਪਰਸ। ਮਰਨ ਸਟੈਕ ਲਈ ਵੀ ਸੇਮ ਹੈ, MongoDB, Express.js, R ਫॉर React, A ਦੀ ਜਗ੍ਹਾ Angular ਦੀ ਜਗ੍ਹਾ React ਆ ਗਿਆ ਇੱਥੇ, React.js ਤੇ Node.js। ਮੀਨਸ Angular ਆਉਂਦੀ ਹੈ ਤੁਹਾਨੂੰ ਤਾਂ ਤੁਹਾਨੂੰ ਮੀਨ ਸਟੈਕ ਡਿਵੈਲਪਰ ਕਹਿੰਦੇ ਆ, React ਆਉਂਦੀ ਹੈ ਤੁਸੀਂ ਮਰਨ ਸਟੈਕ ਡਿਵੈਲਪਰ ਹੁੰਦੇ। ਦੋਨੋਂ ਹੈਗੀਆਂ ਜਾਵਾਸਕ੍ਰਿਪਟ ਦੇ ਫਰੇਮਵਰਕਸ, ਰਾਈਟ। ਤੇ ਇਹਨਾਂ ਨੂੰ ਫੁੱਲ ਸਟੈਕ ਡਿਵੈਲਪਰ ਵੀ ਕਿਹਾ ਜਾਂਦਾ ਹੈ, ਕਿਉਂਕਿ ਤੁਹਾਨੂੰ ਫਰੰਟ ਐਂਡ ਵੀ ਤੁਸੀਂ ਕ੍ਰੀਏਟ ਕਰੋਗੇ Angular ਜਾਂ React ਦੇ ਵਿੱਚ, ਉਹਦੇ ਨਾਲ ਤੁਸੀਂ ਡਿਜ਼ਾਈਨਿੰਗ ਦੀ ਬੂਟਸਟ੍ਰੈਪ ਯੂਜ਼ ਕਰ ਸਕਦੇ ਹੋ, ਜਾਂ Angular ਦੀ Angular ਮਟੀਰੀਅਲ UI ਹੈ ਉਹ ਯੂਜ਼ ਹੋ ਜਾਂਦੀ ਹੈ। ਇੱਦਾਂ ਹੀ React ਦੇ ਲਈ ਤੁਹਾਨੂੰ UI ਵੀ ਤੁਸੀਂ ਫਰੰਟ ਐਂਡ ਵੀ ਖੁਦ ਬਣਾਉਂਦੇ ਹੋ, ਉਹ ਤੋਂ ਬਾਅਦ ਉਸਦਾ ਲੌਜਿਕ ਹੈ ਜਿਹੜਾ ਉਹ ਵੀ ਤੁਸੀਂ ਖੁਦ ਲਿਖਦੇ ਹੋ Node.js 'ਚ, ਰਾਈਟ। Node.js 'ਚ ਲੌਜਿਕ ਵੀ ਹੋ ਗਿਆ ਤੇ ਡਾਟਾਬੇਸ ਹੋ ਗਿਆ MongoDB, ਤੇ ਤੁਸੀਂ ਫਰੰਟ ਐਂਡ ਬੈਕ ਐਂਡ ਸਾਰਾ ਤੁਸੀਂ ਖੁਦ ਲਿਖਦੇ ਹੋ, ਤਾਂ ਤੁਹਾਨੂੰ ਫੁੱਲ ਸਟੈਕ ਡਿਵੈਲਪਰ ਕਿਹਾ ਜਾਂਦਾ ਹੈ। ਇਹ ਟਰਮ ਤੁਸੀਂ ਫੁੱਲ ਸਟੈਕ ਡਿਵੈਲਪਰ ਵੀ ਸੁਣੀ ਹੋਣੀ, ਫਰੰਟ ਐਂਡ ਡਿਵੈਲਪਰ ਵੀ ਸੁਣੀ ਹੋਣੀ। ਫਰੰਟ ਐਂਡ ਡਿਵੈਲਪਰਸ ਹੁੰਦੇ ਨੇ ਜੋ ਸਿਰਫ ਜੋ ਤੁਸੀਂ UI ਕ੍ਰੀਏਟ ਕਰਦੇ ਨੇ, ਜਿਹੜੇ ਜਿਵੇਂ ਡਿਜ਼ਾਈਨਿੰਗ ਹੋ ਗਈ, ਬੂਟਸਟ੍ਰੈਪ ਵਗੈਰਾ 'ਚ CSS ਵਗੈਰਾ ਯੂਜ਼ ਹੁੰਦੀ ਹੈ ਜਿੱਥੇ। ਤੇ ਇੱਕ ਕੋਈ ਫਰੰਟ ਐਂਡ ਲੈਂਗੁਏਜ ਹੋ ਗਈ, ਜਿਵੇਂ React ਹੋ ਗਈ, Angular ਹੋ ਗਈ, ਜਾਵਾਸਕ੍ਰਿਪਟ, jQuery, ਤੁਸੀਂ ਇਹ ਕਰਕੇ ਬਣ ਸਕਦੇ ਹੋ ਫੁੱਲ ਫਰੰਟ ਐਂਡ ਡਿਵੈਲਪਰ। ਤੁਹਾਨੂੰ ਬੈਕ ਐਂਡ ਡਿਵੈਲਪਰ ਬਣਨ ਦੇ ਲਈ ਆਉਣਾ ਚਾਹੀਦਾ ਹੈ ਜਿਵੇਂ Node.js ਤੇ MongoDB, ਤੇ ਤੁਸੀਂ ਹੋ ਗਏ ਬੈਕ ਐਂਡ ਡਿਵੈਲਪਰ। ਇਹ ਤਾਂ ਮੈਂ ਇੱਕ ਐਗਜ਼ਾਮਪਲ ਦਿੱਤਾ, ਪਰ ਹਰ ਕੰਪਨੀ 'ਚ ਅਲੱਗ-ਅਲੱਗ ਡਿਮਾਂਡ ਵੀ ਹੁੰਦੀ ਹੈ ਕਿ ਉਹਨਾਂ ਨੂੰ MongoDB ਨਹੀਂ, ਉਹਨਾਂ ਨੂੰ MariaDB ਵਾਲਾ ਡਿਵੈਲਪਰ ਚਾਹੀਦਾ ਹੈ, ਰਾਈਟ। ਇੱਕ MongoDB, MariaDB ਤੇ PostgreSQL, ਇਹ ਤਿੰਨੋਂ ਅੱਜ ਕੱਲ੍ਹ ਹਾਈ ਡਿਮਾਂਡ ਦੇ ਵਿੱਚ ਨੇ, ਕਿਉਂ? ਬਿਕੋਜ਼ ਇਹ ਤਿੰਨੋਂ ਓਪਨ ਸੋਰਸ ਨੇ, ਕਿ ਕੰਪਨੀ ਨੂੰ ਸਪੈਸ਼ਲ ਪੈਸੇ ਨਹੀਂ ਦੇ ਕੇ ਇਹਦਾ ਲਾਇਸੈਂਸ ਨਹੀਂ ਲੈਣਾ ਪੈਂਦਾ, ਇਹ ਓਪਨ ਸੋਰਸ ਨੇ। ਜਿਵੇਂ ਮੈਂ ਐਗਜ਼ਾਮਪਲ ਦੇਵਾਂ SQL ਸਰਵਰ ਦਾ, ਜੇ ਤੁਸੀਂ SQL ਸਰਵਰ, ਮਾਈਕਰੋਸੌਫਟ SQL ਸਰਵਰ ਕੋਈ ਕੰਪਨੀ ਯੂਜ਼ ਕਰਦੀ ਹੈ, ਤੇ ਉਹਨੂੰ ਹਰ ਸਾਲ ਲਾਇਸੈਂਸ ਲੈਣ ਲਈ ਮਾਈਕਰੋਸੌਫਟ ਤੋਂ
ਲੱਖਾਂ ਰੁਪਏ ਦੇਣੇ ਪੈਂਦੇ ਨੇ, ਕਿਉਂਕਿ ਓਬਵੀਅਸਲੀ ਇਕੱਲਾ ਡਾਟਾਬੇਸ ਤਾਂ ਯੂਜ਼ ਨਹੀਂ ਕਰਦੀ ਹੋਣੀ, ਨਾਲ ਵਿਜ਼ੂਅਲ ਸਟੂਡੀਓ ਵੀ ਹੋਣਾ, ਤੇ ਇਹ ਅਪਲੋਡ ਹੁੰਦੀਆਂ ਨੇ ਵਿੰਡੋ ਸਰਵਰ ਤੇ। ਮੀਨਸ ਕੁੱਲ ਮਿਲਾ ਕੇ ਜੋ .NET ਤੇ ਕੰਮ ਕਰਦੀਆਂ ਨੇ ਉਹਨਾਂ ਨੂੰ ਲੱਖਾਂ ਰੁਪਇਆ ਪੇ ਕਰਨਾ ਪੈਂਦਾ ਹੈ ਮਾਈਕਰੋਸਾਫਟ ਨੂੰ। ਦੈਟਸ ਵਾਈ ਕਿ ਅੱਜ ਕੱਲ੍ਹ ਕੰਪਨੀਆਂ ਹਰੇਕ ਇਹੀ ਚਾਹੁੰਦੀਆਂ ਨੇ ਕਿ ਉਹ ਓਪਨ ਸੋਰਸ ਟੈਕਨੋਲੋਜੀਸ ਵੱਲ ਸ਼ਿਫਟ ਹੋਣ, ਤਾਂ ਕਿ ਉਹ ਜੋ ਲੱਖਾਂ ਰੁਪਇਆ ਮਾਈਕਰੋਸਾਫਟ ਨੂੰ ਦਿੰਦੇ ਨੇ ਉਹ ਨਾ ਦੇਣ। ਕੁਝ ਪ੍ਰੋਜੈਕਟਸ ਦੀ ਰਿਕੁਆਇਰਮੈਂਟ ਹੋ ਸਕਦੀ ਹੈ ਕਿ ਕੰਪਨੀ ਨੂੰ .NET 'ਚ ਕਰਨਾ ਪਵੇ, ਅਦਰਵਾਈਜ਼ ਕੰਪਨੀਆਂ ਹੌਲੀ ਹੌਲੀ ਆਪਣੇ ਪ੍ਰੋਜੈਕਟ ਓਪਨ ਸੋਰਸ ਵੱਲ ਨੂੰ ਹੀ ਲੈ ਕੇ ਜਾ ਰਹੀਆਂ ਨੇ। ਬਹੁਤ ਹੀ ਬੜੀ ਕੰਪਨੀਆਂ ਦੇ ਜੋ ਇੰਡੀਆ ਦੀਆਂ ਟੌਪ ਕੰਪਨੀਆਂ ਨੇ ਉਹਨਾਂ ਦੇ ਵੀ ਏਮਸ ਨੇ ਇਹ ਕਿ 2024 ਦੇ ਐਂਡ ਤੱਕ 25 ਦੇ ਐਂਡ ਤੱਕ ਅਸੀਂ ਆਪਣਾ ਜ਼ਿਆਦਾਤਰ ਐਪਲੀਕੇਸ਼ਨਸ ਓਪਨ ਸੋਰਸ ਡਾਟਾਬੇਸ 'ਤੇ ਹੀ ਬਣਾਉਣੀਆਂ ਨੇ, ਰਾਈਟ। ਤੇ ਇਹ ਹੋ ਚੁੱਕਿਆ ਹੈ ਮੀਨ ਸਟੈਕ ਮਨ ਸਟੈਕ। ਤੁਸੀਂ ਜਾਵਾਸਕ੍ਰਿਪਟ ਦੇ ਬਾਰੇ ਤਾਂ ਆਈ ਹੋਪ ਸਮਝ ਗਏ ਹੋਣੇ ਹੋ। ਤੇ ਜੇ ਤੁਸੀਂ .NET ਦੀ ਗੱਲ ਕਰਨੀ ਹੈ, ਜੇ ਤੁਸੀਂ C++ ਕਰਦੇ ਹੋ, ਕਾਲਜਸ ਦੇ ਵਿੱਚ C++ ਸਿਖਾਈ ਜਾਂਦੀ ਹੈ। ਜੇ ਤੁਸੀਂ ਵਧੀਆ ਸਿੱਖ ਲੈਂਦੇ ਹੋ ਤੁਸੀਂ ਜੌਬ ਲਈ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਕਿਸੇ ਕੰਪਨੀ 'ਚ C++ ਦੀ ਓਪਨਿੰਗ ਹੈ, ਹੁੰਦੀ ਹੈ ਵੈਸੇ, ਪਰ ਰੇਅਰ ਹੁੰਦੀਆਂ ਨੇ। ਜੇ ਤੁਸੀਂ .NET ਜੇ ਤੁਸੀਂ ਹੋਰ ਅਪਗ੍ਰੇਡ ਕਰ ਲਓ ਆਪਣੀ ਸਕਿੱਲ ਨੂੰ, ਤੁਸੀਂ C++ ਤੋਂ ਬਾਅਦ C# ਸਿੱਖ ਲਓ। C# .NET ਦੀ ਲੈਂਗੁਏਜ ਹੈ, ਤੇ ਤੁਸੀਂ .NET ਦੇ ਵਿੱਚ ਕੰਮ ਕਰ ਸਕਦੇ ਹੋ, .NET 'ਚ ਟ੍ਰੇਨਿੰਗ ਕਰ ਸਕਦੇ ਹੋ। .NET ਦੀ ਟ੍ਰੇਨਿੰਗ ਅੱਜ ਕੱਲ੍ਹ ਬਹੁਤ ਘੱਟ ਕਰਾਉਣ ਲੱਗ ਗਈ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਲਾਇਸੈਂਸ ਦਾ ਇਸ਼ੂ ਪੈਂਦਾ। ਇੰਸਟੀਟਿਊਟਸ ਨੂੰ ਵੀ ਪੈਸੇ ਪੇ ਕਰਨੇ ਪੈਂਦੇ ਮਾਈਕਰੋਸਾਫਟ ਨੂੰ ਜੇ ਉਹ .NET ਦੀ ਟ੍ਰੇਨਿੰਗ ਦਿੰਦੇ ਨੇ, ਰਾਈਟ। ਬਹੁਤ ਹੀ ਘੱਟ ਇੰਸਟੀਟਿਊਟਸ ਨੇ ਪਰ ਦਿੰਦੇ ਨੇ ਟ੍ਰੇਨਿੰਗ ਅੱਜ ਵੀ। .NET 'ਚ ਡਿਵੈਲਪਰ ਆਉਂਦੇ ਨੇ ਕਾਫੀ। ਤੇ ਜੋ .NET ਦੀ ਹੈ, .NET ਇੱਕ ਸੋਲਿਡ ਟੈਕਨੋਲੋਜੀ ਹੈ ਜਿਹਨੂੰ ਮਾਈਕਰੋਸਾਫਟ ਸਪੋਰਟ ਕਰਦਾ, ਜਿਸ ਦਾ ਓਨਰ ਮਾਈਕਰੋਸਾਫਟ ਹੈ, ਮਾਈਕਰੋਸਾਫਟ ਵੱਲੋਂ ਬਣਾਈ ਗਈ ਹੈ। ਤੇ ਮਾਈਕਰੋਸਾਫਟ ਆਪਣੀ ਕਿਸੇ ਵੀ ਕੀਮਤ 'ਤੇ ਆਪਣੀ ਟੈਕਨੋਲੋਜੀ ਨੂੰ ਨੀਚੇ ਨਹੀਂ ਗਿਰਨ ਦਊਗਾ, ਉਹ ਹਮੇਸ਼ਾ ਉਸਦੀ ਪਿੱਠ 'ਤੇ ਖੜਾ ਹੈ। ਤੇ ਜਿਵੇਂ ਹੀ .NET ਫਰੇਮਵਰਕ ਸਾਰੀਆਂ ਕੰਪਨੀਆਂ ਨੂੰ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਕੋਸਟਲੀ ਪੈਂਦਾ ਹੈ, ਅੱਜ ਕੱਲ੍ਹ ਓਪਨ ਸੋਰਸ ਦਾ ਦੌਰ ਹੈ, ਤੇ ਮਾਈਕਰੋਸਾਫਟ ਨੇ ਵੀ .NET ਕੋਡ ਲਿਆਂਦਾ ਹੁਣ, ਜੋ ਕਿ ਓਪਨ ਸੋਰਸ ਹੈ, ਜੋ ਕਿ ਲਿਨਕਸ ਵਗੈਰਾ ਆਪਣੇ ਜੋ ਦੂਜੇ ਸਰਵਰਸ ਨੇ, ਜਿਵੇਂ ਕਿ ਅਦਰਵਾਈਜ਼ ਪਹਿਲਾਂ ਤਾਂ .NET ਸਿਰਫ ਵਿੰਡੋ ਤੇ ਹੀ ਹੋਸਟ ਹੁੰਦਾ ਸੀ, ਵਿੰਡੋ ਸਰਵਰ ਤੇ। ਹੁਣ ਲਿਨਕਸ ਤੇ ਵੀ ਹੋਸਟ ਕਰ ਸਕਦੇ ਹਾਂ ਆਪਾਂ .NET ਕੋਡ ਨੂੰ, ਮੈਗਨੇਟੋਸ ਤੇ ਵੀ ਕਰ ਸਕਦੇ ਹਾਂ, ਉਬੰਟੂ ਤੇ ਵੀ ਹੋ ਸਕਦਾ ਹੈ। ਹੁਣ ਮਾਈਕਰੋਸਾਫਟ ਨੇ ਵੀ .NET ਕੋਡ ਲਿਆਂਦਾ ਜੋ ਕਿ ਓਪਨ ਸੋਰਸ ਹੈ, ਬਹੁਤ ਹੀ ਵਧੀਆ ਤੇ ਫਾਸਟ ਹੈ .NET ਪੁਰਾਣੇ .NET ਤੋਂ ਕੰਪੇਅਰ ਕਰੀਏ ਜੇ ਆਪਾਂ। ਤੇ .NET ਦੀ ਵੀ ਜੌਬ ਈਜ਼ੀਲੀ ਮਿਲ ਜਾਂਦੀ ਹੈ, ਅਵੇਲੇਬਲ ਬਹੁਤ ਕੰਪਨੀਆਂ 'ਚ, ਵਧੀਆ ਕੰਪਨੀਆਂ ਦੇ ਵਿੱਚ ਵਧੀਆ ਪੈਕੇਜਸ ਤੇ .NET ਦੀ ਜੌਬ ਹੈਗੀ ਹੈ। ਤੇ .NET ਡਿਵੈਲਪਰਸ ਲਈ ਤੁਹਾਨੂੰ C# ਸਿੱਖਣੀ ਪੈਂਦੀ ਹੈ। ਤੇ .NET ਦੇ ਡਿਫਰੈਂਟ ਫਰੇਮਵਰਕਸ ਨੇ, ਲਾਈਕ .NET ਕਾਫੀ ਪੁਰਾਣੀ ਹੈ, ਪਿਛਲੇ ਕਾਫੀ ਸਾਲਾਂ ਤੋਂ ਮਾਈਕਰੋਸਾਫਟ .NET ਫਰੇਮਵਰਕਸ ਬਣਾ ਰਿਹਾ, ਤੇ ਸਾਰੇ ਤੁਹਾਨੂੰ ਮੋਸਟਲੀ ਤੁਹਾਨੂੰ ਕਾਫੀ ਆਉਣੇ ਚਾਹੀਦੇ ਨੇ, 3 4 5 ਤੇ ਆਉਣੇ ਚਾਹੀਦੇ ਨੇ। ਕਿਉਂਕਿ ਜੇ ਹੁਣ ਤੁਸੀਂ ਜੌਬ ਲੱਭੋ ਤੇ ਤੁਹਾਨੂੰ .NET ਕੋਰ ਲੇਟੈਸਟ ਵਨ ਹੈ ਉਹਦੇ ਤੇ .NET ਕੋਰ ਤੁਹਾਨੂੰ ਆਉਣੀ ਚਾਹੀਦੀ ਹੈ। .NET ਕੋਰ ਦੇ ਤੁਹਾਨੂੰ ਕੁਐਸਚਨ ਜ਼ਰੂਰ ਪੁੱਛੇ ਜਾਣਗੇ, ਠੀਕ ਹੈ। ਕਿ .NET ਕੋਰ ਤੇ ਪੁਰਾਣਾ .NET 'ਚ ਬਹੁਤ ਜ਼ਿਆਦਾ ਡਿਫਰੈਂਸ ਹੈ। ਉਹਨਾਂ ਦਾ ਫੋਲਡਰ ਸਟਰਕਚਰ, ਉਹਦਾ ਵਰਕਿੰਗ ਸਟਰਕਚਰ, ਉਹ ਕਿਵੇਂ ਫਾਈਲਸ ਯੂਜ਼ ਕਰਦਾ, ਕਿਵੇਂ ਪੈਕੇਜਸ ਤੁਸੀਂ ਐਡ ਕਰ ਸਕਦੇ ਹੋ, ਉਹ ਸਾਰਾ ਕੁਝ ਡਿਫਰੈਂਟ ਹੈ, ਰਾਈਟ। ਤੋ C# ਹੈ ਜਿਹੜੀ, ਉਹਦੇ ਵੀ ਨਵੇਂ ਵਰਜ਼ਨਸ ਆਉਂਦੇ ਰਹਿੰਦੇ ਨੇ। ਜਿਵੇਂ ਕਿ ਆਪਣੇ ਐਂਗੂਲਰ ਦੇ ਟਿਊਟੋਰੀਅਲ ਨੇ, ਆਪਣੇ ਐਂਗੂਲਰ 13 ਤੇ ਟਿਊਟੋਰੀਅਲਸ ਬਣ ਰਹੇ ਨੇ, ਜੋ ਕਿ ਹੁਣ ਤੱਕ ਦੀ ਲੇਟੈਸਟ ਹੈ। ਬਟ ਉਸ ਤੋਂ ਪੁਰਾਣੀ ਲੈਂਗੁਏਜਸ ਵੀ ਆਈਆਂ ਨੇ, ਮੀਨਸ ਉਸ ਤੋਂ ਪੁਰਾਣੇ ਵਰਜ਼ਨਸ ਵੀ ਨੇ। ਇੱਦਾਂ ਹੀ .NET ਦੇ ਵੀ ਡਿਫਰੈਂਟ ਵਰਜ਼ਨਸ ਨੇ, ਤੁਹਾਨੂੰ ਉਹਨਾਂ 'ਤੇ ਵੀ ਦੇਖਣਾ ਪੈਣਾ ਕਿ ਇਸ ਦੇ ਵਿੱਚ ਕੀ ਚੇਂਜਸ ਹੋਈਆਂ ਨੇ, ਇਸ ਦੇ ਵਿੱਚ ਕਿਹੜੇ ਨਵੇਂ ਫੀਚਰ ਆਏ ਨੇ, ਕਿਹੜੀ ਚੀਜ਼ ਦਾ ਡਰਾਬੈਕ ਸੀਗਾ ਪਹਿਲਾਂ .NET 'ਚ, ਜੋ ਕਿ ਹੁਣ ਰਿਮੂਵ ਕਰ ਦਿੱਤਾ ਗਿਆ ਹੈ, ਉਸ 'ਤੇ ਓਵਰਕਮ ਕਰ ਲਿਆ .NET ਕੋਰ ਦੇ ਵਿੱਚ। ਤੇ ਤੁਹਾਨੂੰ ਇਹ ਸਾਰਾ ਕੁਝ ਸਿੱਖਣਾ ਪੈਣਾ, ਤੇ ਤੁਸੀਂ .NET ਦੀ ਜੌਬ ਰੱਖ ਸਕਦੇ ਹੋ। ਇਸ ਦੇ ਲਈ ਤੁਹਾਨੂੰ .NET ਦੇ ਫਰੇਮਵਰਕਸ ਪਤਾ ਹੋਣੇ ਚਾਹੀਦੇ ਨੇ। .NET 'ਚ MVC ਇੱਕ ਪੈਟਰਨ ਹੈ, ਤੁਹਾਨੂੰ ਉਹ ਵੀ ਸਿੱਖਣਾ ਚਾਹੀਦਾ ਹੈ। ਰਿਪੋਜ਼ਿਟਰੀ ਪੈਟਰਨਸ ਆਉਣੇ ਚਾਹੀਦੇ ਨੇ, ਪੈਟਰਨਸ ਹੁੰਦੇ ਨੇ .NET 'ਚ। ਤੇ .NET ਕੋਰ ਆਉਣੀ ਚਾਹੀਦੀ ਹੈ। C# ਉਸ ਦੀ ਮੇਨ ਲੈਂਗੁਏਜ ਹੈ, ਉਹ ਆਉਣੀ ਚਾਹੀਦੀ ਹੈ। ਤੇ ਇਸ ਦਾ ਜੋ ਡਾਟਾਬੇਸ ਹੈ ਉਹ ਹੈਗਾ
ਮਾਈਕਰੋਸੌਫਟ ਦਾ SQL ਸਰਵਰ, ਤੁਹਾਨੂੰ SQL ਸਰਵਰ ਵੀ ਆਉਣਾ ਚਾਹੀਦਾ, ਰਾਈਟ। ਕੁਝ ਪ੍ਰੋਜੈਕਟਸ ਦੇ ਵਿੱਚ ਆਪਾਂ ਓਪਨ ਸੋਰਸ ਵੀ ਯੂਜ਼ ਕਰ ਸਕਦੇ ਹਾਂ, ਉਹ ਵੀ ਤੁਹਾਨੂੰ ਲਾਇਬ੍ਰੇਰੀਜ਼ ਪਤਾ ਹੋਣੀ ਚਾਹੀਦੀਆਂ, ਕਿਵੇਂ ਤੁਸੀਂ ਪੈਕੇजेस ਡਾਊਨਲੋਡ ਕਰਕੇ ਇੰਸਟਾਲ ਕਰਕੇ ਆਪਣੇ ਸਿਸਟਮ 'ਚ ਚਲਾ ਸਕਦੇ ਹੋ। ਜਿਵੇਂ PostgreSQL ਹੈ, ਆਪਣਾ MariaDB ਹੈ, ਉਸ ਤੋਂ ਪਹਿਲਾਂ MySQL ਸੀਗਾ, MySQL ਜੋ ਕਿ ਹੁਣ Oracle ਵੱਲੋਂ ਬਾਏ ਕਰ ਲਿੱਤਾ ਗਿਆ ਹੈ, ਤੇ MySQL ਨਹੀਂ ਹੁਣ ਚੱਲਦਾ, ਹੁਣ ਉਸ ਦੀ ਜਗ੍ਹਾ ਤੇ MariaDB ਯੂਜ਼ ਕਰਦੇ ਆ। MySQL Oracle ਦਾ ਹੋ ਗਿਆ, ਪਰ ਪਬਲਿਕ ਨੇ, ਕਮਿਊਨਿਟੀ ਨੇ ਜੋ ਸੇਮ MySQL ਸੀ ਉੱਦਾਂ ਦਾ ਹੀ ਨया ਡਾਟਾਬੇਸ ਬਣਾ ਲਿਆ MariaDB, ਜੋ ਕਿ ਓਪਨ ਸੋਰਸ ਹੈ, ਰਾਈਟ। ਤੇ ਇਹ ਹੋ ਚੁੱਕੀਆਂ ਨੇ ਆਪਣੀਆਂ .NET ਦੀਆਂ ਟੈਕਨੋਲੋਜੀਜ਼। ਤੇ ਓਬਵੀਅਸਲੀ .NET ਦੇ ਵਿੱਚ ਵਰਕ ਕਰਨਾ ਚੱਲੇ C# ਲੈਂਗੁਏਜ ਵੈਸੇ ਮੇਨ ਹੈ, ਪਰ ਤੁਹਾਨੂੰ ਜੇ ਪਲੱਸ ਪੁਆਇੰਟ ਹੈ ਜੇ ਤੁਹਾਨੂੰ ਜਾਵਾਸਕ੍ਰਿਪਟ ਵੀ ਆਉਂਦੀ ਹੈ। ਜਾਵਾਸਕ੍ਰਿਪਟ ਜੇ ਕੁਐਰੀਜ਼ ਵੀ .NET 'ਚ ਯੂਜ਼ ਹੁੰਦੀਆਂ ਨੇ, ਜੇ ਤੁਹਾਨੂੰ ਉਹ ਆਉਂਦੀ ਹੈ ਉਹ ਵੀ ਬੈਸਟ ਹੈ, ਰਾਈਟ। ਬੂਟਸਟ੍ਰੈਪ ਡਿਜ਼ਾਈਨਿੰਗ ਲਈ ਯੂਜ਼ ਹੁੰਦੀ ਹੈ, CSS HTML, ਇਹ ਤਾਂ ਬੇਸਿਕ ਨੇ। CSS HTML ਬੂਟਸਟ੍ਰੈਪ ਜਾਵਾਸਕ੍ਰਿਪਟ ਅੱਜ ਕੱਲ੍ਹ ਇਹ ਬੇਸਿਕ ਨੇ, ਇਹ ਤੁਹਾਨੂੰ ਆਉਣੀਆਂ ਹੀ ਚਾਹੀਦੀਆਂ ਨੇ, ਤੁਹਾਨੂੰ ਸਿੱਖਣੀਆਂ ਹੀ ਚਾਹੀਦੀਆਂ ਨੇ ਜੇ ਤੁਸੀਂ ਪ੍ਰੋਗਰਾਮਿੰਗ ਲਾਈਨ 'ਚ ਜਾਣਾ। ਤੇ ਇਹ ਹੋ ਗਈਆਂ ਪ੍ਰੋਗਰਾਮਿੰਗ ਦੀਆਂ। ਜੇ ਵੈਬ ਪ੍ਰੋਗਰਾਮਰ ਕਹਿੰਦੇ ਨੇ ਜੀ ਆਪਾਂ ਇਹਨਾਂ ਨੂੰ। ਤੇ ਜੇ ਤੁਸੀਂ ਹਾਈਬ੍ਰਿਡ ਲੈਂਗੁਏਜ ਸਿੱਖਣੀਆਂ ਨੇ, ਜਿਸ ਦੇ ਵਿੱਚ ਤੁਸੀਂ ਜਿਹੜੀ ਬੂਟਸਟ੍ਰੈਪ ਹੈ ਉਹ ਮੋਬਾਈਲ ਦੇ ਵਿੱਚ ਤੁਹਾਨੂੰ ਵੈਬ ਹੀ ਮੋਬਾਈਲ ਦੇ ਅਕੋਰਡਿੰਗਲੀ ਚਲਾ ਦਿੰਦੀ ਹੈ, ਆਪਣੇ ਆਪ ਹੀ ਸਕਰੀਨ ਦੇ ਅਕੋਰਡਿੰਗਲੀ ਐਡਜਸਟ ਹੋ ਜਾਂਦੀ ਹੈ ਬੂਟਸਟ੍ਰੈਪ 'ਚ, ਪਰ ਉਹ ਵੈਬ ਬਰਾਊਜ਼ਰ 'ਤੇ ਹੀ ਚੱਲੂਗੀ, ਉਹ ਤਾਂ ਵੈਬਸਾਈਟ ਹੀ ਹੈ ਨਾ। ਹਾਈਬ੍ਰਿਡ ਮੋਬਾਈਲ ਐਪਸ ਹੁੰਦੀਆਂ ਨੇ, ਹਾਈਬ੍ਰਿਡ ਕੁਝ ਲੈਂਗੁਏਜਸ ਨੇ ਜਿਸ ਦੇ ਵਿੱਚ ਤੁਸੀਂ ਹਾਈਬ੍ਰਿਡ ਮੋਬਾਈਲ ਐਪਸ ਬਣਾ ਸਕਦੇ ਹੋ। ਹਾਈਬ੍ਰਿਡ ਦਾ ਮਤਲਬ ਕਿ ਬਿਲਕੁਲ ਨੇਟਿਵ ਨਹੀਂ। ਪਹਿਲਾਂ ਨੇਟਿਵ ਲੈਂਗੁਏਜਸ ਦੀ ਜ਼ਿਆਦਾ ਡਿਮਾਂਡ ਸੀ, ਜਿਵੇਂ C ਵਿਦ ਆਬਜੈਕਟਿਵਸ ਤੇ ਔਰ ਸਵਿਫਟ, ਇਹ ਯੂਜ਼ ਹੁੰਦੀਆਂ ਸੀ ਐਪਲ ਦੀ ਆਈਫੋਨ ਦੀ ਐਪਸ ਲਈ, ਐਪਲ ਦੀ ਐਪਸ ਲਈ। ਤੇ ਜਾਵਾ ਐਂਡਰੋਇਡ ਸਟੂਡੀਓ ਯੂਜ਼ ਹੁੰਦਾ ਸੀ ਐਂਡਰੋਇਡ ਐਪਸ ਲਈ, ਬਟ ਫਿਰ ਟਾਈਮ ਬਦਲਿਆ, ਨਹੀਂ ਕੰਪਨੀਜ਼ ਨੂੰ ਅਲੱਗ-ਅਲੱਗ ਡਿਵੈਲਪਰ ਰੱਖ ਕੇ ਪੇ ਕਰਨੇ ਪੈਂਦੇ ਸੀਗੇ, ਤੇ ਹੁਣ ਕੰਪਨੀਆਂ ਕੀ ਕਰਦੀਆਂ ਨੇ, ਹਾਈਬ੍ਰਿਡ ਟੈਕਨੋਲੋਜੀਜ਼ 'ਚ ਮੋਬਾਈਲ ਐਪਸ ਬਣਾਉਂਦੀਆਂ ਨੇ, ਜਿਸ ਦੇ ਵਿੱਚ ਉਹ ਐਂਡਰੋਇਡ ਤੇ iOS ਦਾ ਕੋਡ ਇੱਕੋ ਵਾਰ 'ਚ ਲਿਖ ਸਕਦੇ ਨੇ, ਸੇਮ ਲੈਂਗੁਏਜ ਦੇ ਵਿੱਚ। ਥੋੜ੍ਹੇ ਚੇਂਜਸ ਕਰਕੇ ਐਂਡਰੋਇਡ ਦੀ ਐਪ ਵੀ ਅਪਲੋਡ ਹੋ ਜਾਂਦੀ ਹੈ ਗੂਗਲ ਸਟੋਰ ਤੋਂ, ਤੇ ਐਪ ਸਟੋਰ ਤੋਂ iOS ਦੀ ਵੀ ਅਪਲੋਡ ਹੋ ਜਾਂਦੀ ਹੈ। ਥੋੜ੍ਹੇ ਬਹੁਤੇ ਚੇਂਜਸ ਕਰਨੇ ਪੈਂਦੇ, ਅਦਰਵਾਈਜ਼ ਮੇਨਲੀ ਕੋਡ ਸੇਮ ਹੀ ਰਹਿੰਦਾ ਹੈ। ਇਸ ਲਈ ਹਾਈਬ੍ਰਿਡ ਡਿਵੈਲਪਰਸ ਨੇ ਜਿਹੜੇ ਪ੍ਰੋਗਰਾਮਿੰਗ ਕਰਦੇ ਨੇ ਮੋਬਾਈਲ ਦੀ, ਉਹ ਜ਼ਿਆਦਾ ਡਿਮਾਂਡ ਵਿੱਚ ਨੇ। ਤੇ ਉਹਦੇ ਲਈ ਸਭ ਤੋਂ ਵੱਧ ਜਿਹਨੂੰ .NET ਦਾ ਡਿਵੈਲਪਰ ਜਿਹੜਾ ਉਹ Xamarin, ਇੱਕ Xamarin Forms ਕਰਕੇ ਹੈ, Xamarin ਤੁਸੀਂ ਸਰਚ ਕਰ ਲਿਓ। ਉਸ ਦੇ ਵਿੱਚ iOS ਤੇ ਐਂਡਰੋਇਡ ਦੀਆਂ ਤੇ ਵਿੰਡੋਜ਼ ਦੀਆਂ ਵੀ, ਜਿਵੇਂ ਹੁਣ Windows 7 ਹੈ, Windows 10 ਹੈ, Windows 11 ਆ ਗਈ ਹੈ ਮੇਰੇ ਸਿਸਟਮ 'ਚ, Windows 11 ਇੰਸਟਾਲ ਹੈ। ਤੇ ਵਿੰਡੋਜ਼ ਦੇ ਫੋਨ ਵੀ ਆਏ ਸੀ, ਤੁਸੀਂ ਆਈ ਹੋਪ ਚਲਾਇਆ ਹੋਣਾ ਸ਼ਾਇਦ ਕਿਸੇ ਨੇ, ਬਹੁਤ ਹੀ ਘੱਟ ਚੱਲੇ ਨੇ ਪਰ ਆਏ ਸੀਗੇ। ਨੋਕੀਆ ਦੇ ਫੋਨ 'ਚ ਸੀ ਜਿਨ੍ਹਾਂ 'ਚ ਵਿੰਡੋ ਇੰਸਟਾਲ ਸੀ, ਤੇ ਉਹ ਸਾਰੀਆਂ ਵਿੰਡੋਜ਼ ਦੀਆਂ ਐਪਸ ਵੀ Xamarin ਦੇ ਵਿੱਚ ਹੀ ਬਣ ਜਾਂਦੇ ਇੱਕ ਵਾਰ ਕੋਡ ਕਰੇ ਤੇ। ਵਿੰਡੋ, ਐਂਡਰੋਇਡ ਤੇ iOS ਤਿੰਨਾਂ ਨੂੰ ਸਪੋਰਟ ਕਰਦਾ ਸੀ Xamarin, ਕਰਦਾ ਹੈ ਹੁਣ ਵੀ। Xamarin 'ਚ ਐਪਸ ਬਣਦੀਆਂ ਨੇ, ਤੇ ਇਸ ਦੇ Xamarin ਦੇ ਡਿਵੈਲਪਰਸ ਦੀ ਵੀ ਜੌਬਸ ਈਜ਼ੀਲੀ ਮਿਲ ਜਾਂਦੀ ਹੈ। ਇਹ ਹਾਈਬ੍ਰਿਡ ਮੋਬਾਈਲਸ ਐਪ ਬਣਦੀਆਂ ਨੇ। ਇੱਦਾਂ ਹੀ ਰਿਐਕਟ ਨੇਟਿਵ ਹੈ, ਰਿਐਕਟ ਨੇਟਿਵ ਦੇ ਵਿੱਚ ਵੀ ਹਾਈਬ੍ਰਿਡ ਮੋਬਾਈਲ ਐਪਸ ਬਣਦੀਆਂ ਨੇ। ਜਿਹਨੂੰ React.js ਆਉਂਦੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਹਨੂੰ ਰਿਐਕਟ ਆਉਂਦੀ ਹੈ, ਜਾਵਾਸਕ੍ਰਿਪਟ ਆਉਂਦੀ ਹੈ, ਤੇ ਉਹ ਰਿਐਕਟ ਨੇਟਿਵ ਵੀ ਸਿੱਖ ਸਕਦਾ ਹੈ, ਤੇ ਉਹ ਰਿਐਕਟ ਨੇਟਿਵਸ ਤੇ ਹਾਈਬ੍ਰਿਡ ਮੋਬਾਈਲ ਐਪਸ ਬਣਾ ਸਕਦਾ ਹੈ। ਤੇ ਕੁਝ ਗੂਗਲ ਦਾ ਇੱਕ ਹੋਰ ਆਈ ਹੈ ਲੈਂਗੁਏਜ, ਫਲਟਰ ਦੇ ਵਿੱਚ ਵੀ ਤੁਸੀਂ ਮੋਬਾਈਲ ਐਪਸ ਕ੍ਰੀਏਟ ਕਰ ਸਕਦੇ ਹੋ, ਰਾਈਟ। ਇਹ ਹੋ ਗਈਆਂ ਨੇ ਡਿਵੈਲਪਰਸ ਦੀ ਪ੍ਰੋਫਾਈਲਸ। ਇਹ ਸਾਰੀਆਂ ਜੋ ਵੀ ਹੁਣ ਤੱਕ ਆਪਾਂ ਡਿਸਕਸ ਕੀਤਾ, ਇਹ ਡਿਵੈਲਪਰਸ ਪ੍ਰੋਫਾਈਲ ਹੁੰਦੀ ਹੈ। ਉਹਦੇ ਅੱਗੇ ਕੈਟੇਗਰੀਜ਼ ਹੁੰਦੀ ਹੈ ਕਿ ਇਹ .NET ਡਿਵੈਲਪਰ ਹੈ, C# ਡਿਵੈਲਪਰ ਹੈ, ਪਾਈਥਨ ਦਾ ਡਿਵੈਲਪਰ ਹੈ, ਰਾਈਟ। ਹੁਣ ਇਹਦੀ ਪ੍ਰੋਗਰਾਮਿੰਗ ਵਿੱਚ ਵੀ 2-4 ਲੈਂਗੁਏਜਸ ਹੋਰ ਰਹਿ ਗਈਆਂ ਨੇ, ਮੈਂ ਤੁਹਾਨੂੰ ਦੱਸ ਦਿੰਦਾ। ਜਿਵੇਂ ਕਿ ਇੱਕ R ਲੈਂਗੁਏਜ ਹੈ, Ruby ਐਂਡ Rails। ਇਹ 2 ਲੈਂਗੁਏਜਸ ਵੀ ਬਹੁਤ ਘੱਟ ਯੂਜ਼ ਹੁੰਦੀਆਂ ਨੇ, ਪਰ
ਇਹਨਾਂ ਦੇ ਜਦੋਂ ਇਹਨਾਂ ਦੇ ਪੈਕੇਜ ਬਹੁਤ ਵਧੀਆ ਨੇ, ਕਿਉਂਕਿ ਡਿਵੈਲਪਰ ਹੀ ਹੈ ਨਹੀਂ ਇਹਦੇ ਕਰਕੇ ਇਹਨਾਂ ਦੇ ਪੈਕੇਜ ਵੀ ਕਾਫੀ ਅੱਛੇ ਨੇ ਆਰ ਤੇ ਰੂਬੀ ਐਂਡ ਰੇਲਸ ਦੇ, ਰਾਈਟ। ਤੇ ਹੋਰ ਆਪਣੀ ਕਿਹੜੀ ਲੈਂਗੁਏਜ ਹੈਗੀ ਹੈ, ਹੋਰ ਆਪਾਂ ਜੀ ਕਹਿ ਸਕਦੇ ਹਾਂ ਜਾਵਾ। ਜਿਵੇਂ ਕਿ .NET ਹੈ ਐਵੇਂ ਹੀ ਜਾਵਾ ਹੈ। ਜਾਵਾ ਲੈਂਗੁਏਜ ਵੀ ਸਟਰੋਂਗ ਲੈਂਗੁਏਜ ਹੈ, ਸਿਕਿਉਰ ਹੈ। .NET ਤੇ ਜਾਵਾ ਉਹ ਤਾਂ ਸਿਕਿਉਰ ਲੈਂਗੁਏਜਸ ਜਿਨ੍ਹਾਂ ਦੀ ਡਿਮਾਂਡ ਕਦੇ ਖਤਮ ਨਹੀਂ ਹੁੰਦੀ, ਉਹਨਾਂ ਦੀ ਓਪਨਿੰਗਸ ਆਉਂਦੀਆਂ ਹੀ ਰਹਿੰਦੀਆਂ ਨੇ, ਰਾਈਟ। ਇੱਦਾਂ ਹੀ ਜਾਵਾ ਵੀ .NET ਵਾਂਗ ਇੱਕ ਤਗੜੀ ਲੈਂਗੁਏਜ ਜਿਸ ਵੀ ਕੈਨ ਸੇ, ਰਾਈਟ। ਤੁਸੀਂ ਜਾਵਾ ਵੀ ਸਿੱਖ ਸਕਦੇ ਹੋ। ਜਾਵਾ ਤੇ .NET ਦੋਨੋਂ ਕੰਮ ਕਰਦੇ ਨੇ ਆਪਣੇ ਵੀ ਕੈਨ ਸੇ ਆਬਜੈਕਟ, ਇਹ ਦੋਨੋਂ ਆਬਜੈਕਟ ਬੇਸਡ ਲੈਂਗੁਏਜਸ ਨੇ। ਊਪਸ ਦੇ ਕਨਸੈਪਟ ਯੂਜ਼ ਹੁੰਦੇ ਨੇ ਉਹਦੇ, ਰਾਈਟ। ਤੇ ਇੱਕ ਰਸਟ ਵੀ ਲੈਂਗੁਏਜ ਹੈ, ਸਵਿਫਟ ਲੈਂਗੁਏਜ ਹੈ। ਸਵਿਫਟ ਲੈਂਗੁਏਜ ਐਪਲ ਦੀ ਹੈ। ਐਪਲ ਕਹਿੰਦਾ ਵੈਸੇ ਕਿ ਤੁਸੀਂ ਵੈਬਸਾਈਟ ਵਗੈਰਾ ਬਣਾ ਸਕਦੇ ਹੋ, ਲੇਕਿਨ ਮੇਰੇ ਅਕੋਰਡਿੰਗਲੀ ਸਵਿਫਟ ਨਹੀਂ ਜ਼ਿਆਦਾ ਡਿਮਾਂਡ 'ਚ ਹੈ ਨਹੀਂ, ਪਰ ਸਿੱਖ ਸਕਦੇ ਹੋ, ਜਿਹਨੇ ਸਿੱਖਣਾ ਸਿੱਖ ਸਕਦੇ ਹੋ। ਤੇ ਅੱਜ ਕੱਲ੍ਹ ਗੋ ਲੈਂਗੁਏਜ ਹੈ, ਕਾਫੀ ਪੁਰਾਣੀ ਹੈ ਪਰ ਕੁਛ ਅਪਡੇਟਸ ਤੋਂ ਬਾਅਦ ਦੁਬਾਰਾ ਇਹ ਕਾਫੀ ਜ਼ਿਆਦਾ ਯੂਜ਼ 'ਚ ਆ ਗਈ। ਗੋ ਤੇ ਪਾਈਥਨ ਇਹ ਫਿਊਚਰ ਹੈ, ਬਟ ਕਰੰਟਲੀ ਆਨੀ ਓਪਨਿੰਗਸ ਹੈ ਨਹੀਂ ਮੇਰੇ ਅਕੋਰਡਿੰਗਲੀ ਤੇ, ਪਰ ਫਿਊਚਰ ਹੈ ਇਹ, ਕਿਉਂਕਿ ਇੰਟਰਨੈਟ ਤੋਂ ਚੱਲਣ ਵਾਲੀ ਜਿਵੇਂ ਕਿ ਜੋ ਵੀ ਨਈ ਚੀਜ਼ਾਂ, ਜਿਵੇਂ ਵੀ ਕੈਨ ਸੇ ਮਸ਼ੀਨ ਲਰਨਿੰਗ, AR VR, ਰਾਈਟ, VR ਵਰਚੁਅਲ ਰਿਐਲਿਟੀ, ਆਗੂਮੈਂਟ ਰਿਐਲਿਟੀ, ਰਾਈਟ, ਇੰਟਰਨੈਟ ਆਫ ਥਿੰਗਸ, ਤੇ ਆਪਣਾ ਵੀ ਕੈਨ ਸੇ ਜੋ ਐਲਗੋਰਿਥਮਸ ਨੇ, ਰਾਈਟ। ਡਾਟਾਬੇਸ ਇੰਜੀਨੀਅਰਸ ਨੇ ਉਹਨਾਂ ਲਈ ਵੀ ਪਾਈਥਨ ਕਾਫੀ ਯੂਜ਼ਫੁਲ ਲੈਂਗੁਏਜ ਹੈ, ਰਾਈਟ। ਤੇ ਇਹ ਹੋ ਗਏ ਨੇ ਡਿਵੈਲਪਰਸ। ਤੇ ਡਿਵੈਲਪਰਸ ਦੇ ਵਿੱਚ ਇੱਕ ਹੋਰ ਐਡਵਾਂਸ ਲੈਵਲ ਆ ਗਿਆ ਹੁਣ, ਜਿਨ੍ਹਾਂ ਨੂੰ ਕਲਾਊਡਸ ਦੀ ਨੌਲੇਜ ਹੈ। ਕਲਾਊਡਸ ਜ਼ਿਆਦਾਤਰ ਕਿਹੜੇ ਯੂਜ਼ 'ਚ ਨੇ ਆਪਣੇ, AWS ਜੋ ਕਿ ਐਮਾਜ਼ੋਨ ਦਾ ਹੈ, ਅਜ਼ੂਰ ਜੋ ਕਿ ਮਾਈਕਰੋਸੋਫਟ ਦਾ ਹੈ, ਫਾਇਰਬੇਸ ਜੋ ਕਿ ਗੂਗਲ ਦਾ ਹੈ। ਇਹਨਾਂ ਦੀ ਡਿਮਾਂਡਸ ਬਹੁਤ ਹੈ, ਇਹਨਾਂ ਤੇ ਡਾਟਾਬੇਸ ਸੇਵ ਹੁੰਦਾ, ਹੋਰ ਕ੍ਰੌਨ ਜੌਬਸ ਚਲਦੀਆਂ ਨੇ। ਤੇ ਇਹਨਾਂ ਤੇ ਕਲਾਊਡਸ ਬਹੁਤ ਜ਼ਿਆਦਾ ਫੀਚਰਸ ਦਿੰਦੇ ਨੇ, ਥੋੜ੍ਹੇ ਜਿਹੇ ਕੋਸਟਲੀ ਹੁੰਦੇ ਨੇ ਦੂਜੀਆਂ ਵਰਚੁਅਲ ਮਸ਼ੀਨਸ ਤੇ ਰਿਲੇਟਡ, ਬਟ ਇਹ ਜ਼ਿਆਦਾ ਸਿਕਿਉਰ ਤੇ ਜ਼ਿਆਦਾ ਸੇਫ ਨੇ, ਇਸ ਲਈ ਕਲਾਊਡਸ ਦੀ ਵੀ ਬਹੁਤ ਜ਼ਿਆਦਾ ਡਿਮਾਂਡਸ ਹੈ। ਤੇ ਜਿਸ ਨੂੰ ਕਲਾਊਡਸ ਦੀ ਵੀ ਨੌਲੇਜ ਹੈ ਉਹ ਉਸਦਾ ਹੋਰ ਪਲੱਸ ਪੁਆਇੰਟ ਹੈ, ਰਾਈਟ। ਇਹ ਫੀਲਡਸ ਹੋ ਗਈਆਂ ਨੇ ਡਿਵੈਲਪਰਸ ਦੀਆਂ, ਅਲੱਗ-ਅਲੱਗ ਸਟਰੀਮਸ, ਡਿਵੈਲਪਰਸ ਦੀਆਂ ਅਲੱਗ-ਅਲੱਗ ਕੈਟੇਗਰੀਜ਼। ਪਾਈਥਨ ਡਿਵੈਲਪਰ, PHP ਦੀ ਡਿਮਾਂਡ ਹੈ, ਜੌਬਸ ਇਜ਼ੀਲੀ ਮਿਲ ਜਾਂਦੀਆਂ ਨੇ, ਬਟ ਮੇਰੇ ਅਕੋਰਡਿੰਗਲੀ ਕਿ ਜ਼ਿਆਦਾ ਹਾਈਕ PHP 'ਚ ਨਹੀਂ ਮਿਲਦੀ। ਬਾਕੀ ਡਿਵੈਲਪਰਸ ਕਮੈਂਟ ਕਰਕੇ ਦੱਸ ਸਕਦੇ ਨੇ ਕਿ ਕਿਹਨਾਂ ਨੂੰ ਕਿਹੜੀ ਲੈਂਗੁਏਜ 'ਚ ਜ਼ਿਆਦਾ ਹਾਈਕ ਮਿਲਦੀ ਹੈ, ਰਾਈਟ। ਤੇ ਦੂਜੇ ਇੱਕ ਹੋਰ ਕਨਸੈਪਟ ਹੁੰਦਾ ਹੈ, ਮੀਨਸ ਹੋਰ ਪ੍ਰੋਫਾਈਲ ਇੱਕ IT ਦੀ, ਪ੍ਰੋਗਰਾਮਿੰਗ ਤੋਂ ਇਲਾਵਾ ਡਿਜ਼ਾਈਨਰਸ ਹੁੰਦੇ ਨੇ, ਜਿਨ੍ਹਾਂ ਨੂੰ ਫੋਟੋਸ਼ਾਪ ਆਉਣਾ ਚਾਹੀਦਾ ਹੈ, ਲਾਈਕ। ਤੇ ਜੋ ਬਲੂ ਪ੍ਰਿੰਟਸ ਬਣਾਉਂਦੇ ਨੇ ਕਿ ਐਪ ਕਿਵੇਂ ਦੀ ਹੋਣੀ ਚਾਹੀਦੀ ਹੈ, ਵੈਬਸਾਈਟ ਕਿਵੇਂ ਦੀ ਹੋਣੀ ਚਾਹੀਦੀ ਹੈ, ਸਭ ਤੋਂ ਪਹਿਲਾਂ ਬਲੂ ਪ੍ਰਿੰਟਸ ਤਿਆਰ ਕੀਤੇ ਜਾਂਦੇ ਨੇ। ਕੁਝ ਸਕਰੀਨਸ ਜੋ ਕਿ ਮੈਨੇਜਮੈਂਟ ਤੇ ਕਲਾਇੰਟ ਫਿਰ ਡਿਸਕਸ ਕਰਕੇ ਉਹਨਾਂ ਨੂੰ ਫਾਈਨਲਾਈਜ਼ ਕਰਦੇ ਨੇ, ਤੇ ਉਸ ਨੂੰ ਦੇਖ ਕੇ ਹੀ ਡਿਜ਼ਾਈਨਰ ਡਿਜ਼ਾਈਨ ਬਣਾਉਂਦੇ ਨੇ, ਉਸ ਨੂੰ ਦੇਖ ਕੇ ਹੀ ਵੈਬਸਾਈਟ ਤੇ ਐਪ ਤਿਆਰ ਕੀਤੀ ਜਾਂਦੀ ਹੈ, ਰਾਈਟ। ਔਰ ਡਿਜ਼ਾਈਨਿੰਗ ਦੀ ਹੋ ਗਈ, ਉਹਨਾਂ ਨੂੰ ਫੋਟੋਸ਼ਾਪ ਆਉਣੀ ਚਾਹੀਦੀ ਹੈ, ਰਾਈਟ, XD ਆਉਣੀ ਚਾਹੀਦੀ ਹੈ, ਉਹਨਾਂ ਨੂੰ HTML CSS ਆਉਣੀ ਚਾਹੀਦੀ ਹੈ, ਰਾਈਟ। HTML CSS, ਬੂਟਸਟ੍ਰੈਪ ਤੇ ਜਾਵਾਸਕ੍ਰਿਪਟ ਜੇ ਥੋੜ੍ਹੀ ਬਹੁਤੀ ਬੇਸਿਕ ਵੀ ਆਉਂਦੀ ਹੈ, ਉਹ ਉਹਨਾਂ ਲਈ ਪਲੱਸ ਪੁਆਇੰਟ ਹੈ, ਰਾਈਟ। ਇਹ ਹੋ ਗਏ ਨੇ ਡਿਜ਼ਾਈਨਰਸ। ਉਸ ਤੋਂ ਬਾਅਦ ਪ੍ਰੋਫਾਈਲ ਆਉਂਦੀ ਹੈ IT ਦੇ ਵਿੱਚ QA ਦੀ। ਡਿਜ਼ਾਈਨਰ ਨੇ ਡਿਜ਼ਾਈਨ ਤਿਆਰ ਕੀਤਾ, ਉਸ ਤੋਂ ਬਾਅਦ ਡਿਵੈਲਪਰਸ ਨੇ ਡਿਵੈਲਪ ਕੀਤੀ ਹੈ ਸਾਈਟ। ਜਦੋਂ ਤਿਆਰ ਹੋ ਚੁੱਕੀ ਹੈ ਵੈਬਸਾਈਟ ਜਾਂ ਮੋਬਾਈਲ ਐਪ, ਉਸ ਤੋਂ ਬਾਅਦ ਉਸਦੀ ਟੈਸਟਿੰਗ ਹੁੰਦੀ ਹੈ। ਟੈਸਟਿੰਗ ਕਰਦੇ ਨੇ ਟੈਸਟਰਸ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ QA, ਰਾਈਟ, ਕੁਆਲਿਟੀ ਐਨਾਲਾਈਜ਼ਰਸ। ਤੇ ਉਹ
ਕੁਆਲਿਟੀ ਚੈੱਕ ਕਰਦੇ ਨੇ ਕਿ ਜੋ ਰਿਕੁਆਇਰਮੈਂਟ ਸੀ ਉਸ ਦੇ ਰਿਕਾਰਡਿੰਗ ਹੀ ਵੈਬਸਾਈਟ ਡਿਜ਼ਾਈਨ ਹੋਈ ਹੈ, ਉਸ ਦੇ ਅਕੋਰਡਿੰਗ ਦੀ ਹੀ ਫੰਕਸ਼ਨੈਲਿਟੀ ਚੱਲਦੀ ਹੈ। ਕਲਰ ਕਿਤੇ ਕੋਈ ਐਦਾਂ ਤਾਂ ਨਹੀਂ ਹੈ ਕਿ ਕਲਾਇੰਟ ਕੁਝ ਹੋਰ ਮੰਗਦਾ ਸੀ, ਉਹਦਾ UI ਡਿਫਰੈਂਟ ਹੈ ਜਾਂ ਉਹਦੀ ਫੰਕਸ਼ਨੈਲਿਟੀ ਡਿਫਰੈਂਟ ਹੈ, ਜਾਂ ਕਿਤੇ ਕੋਡ ਬ੍ਰੇਕ ਕਰਦਾ ਹੈ, ਉਹ ਸਾਰਿਆਂ ਨੂੰ ਕਰਦੇ ਨੇ QA ਟੈਸਟ। ਆਫਟਰ ਜਦੋਂ QA ਪੂਰੀ ਟੈਸਟ ਕਰਕੇ ਬਗਸ ਦਿੰਦੇ ਨੇ, ਉਹ ਦੁਬਾਰਾ ਸਾਈਕਲ ਚੱਲਦਾ ਹੈ, ਦੁਬਾਰੇ ਕੁਝ ਟਾਈਮ ਫਰੇਮ ਦੇ ਵਿੱਚ ਦੁਬਾਰੇ ਫਿਕਸ ਕੀਤੇ ਜਾਂਦੇ ਨੇ। ਇਨ ਫਾਈਨਲ ਜਦੋਂ ਸਾਰਾ ਕੁਝ ਹੋ ਜਾਂਦਾ ਹੈ ਤੇ ਉਹਨੂੰ ਫਾਈਨਲਾਈਜ਼ ਕਰ ਦਿੱਤਾ ਜਾਂਦਾ ਕਿ ਐਪ ਜਾਂ ਵੈਬਸਾਈਟ ਪੂਰੀ ਕੰਪਲੀਟ ਹੋ ਚੁੱਕੀ ਹੈ। ਕੰਪਲੀਟ ਪੂਰੀ QA ਦੀ ਟੈਸਟਿੰਗ ਤੋਂ ਬਾਅਦ ਹੀ ਮੰਨੀ ਜਾਂਦੀ ਹੈ, ਰਾਈਟ। ਉਸ ਤੋਂ ਬਾਅਦ ਇੱਕ ਨੈਕਸਟ ਪ੍ਰੋਫਾਈਲ ਹੈ IT ਗਾਇਜ਼ ਦੀ, ਜਿਹੜੇ ਸਰਵਰਸ ਤੇ ਅਪਲੋਡ ਕਰਦੇ ਨੇ, ਪੁਸ਼ ਕਰਦੇ ਨੇ। ਵੈਸੇ ਅੱਜ ਕੱਲ੍ਹ ਮੈਨੇਜਰ ਹੀ ਪੁਸ਼ ਕਰਦੇ ਨੇ, ਕਈ ਕੰਪਨੀ 'ਚ ਡਿਫਰੈਂਟ IT ਟੀਮ ਹੁੰਦੀ ਹੈ ਜੋ ਕਿ ਕੋਡ ਨੂੰ ਸਰਵਰਸ ਤੇ ਅਪਲੋਡ ਕਰਦੀ ਹੈ, ਕੋਡ ਨੂੰ ਲਾਈਵ ਕਰਦੀ ਹੈ। ਇੱਕ ਅੱਜ ਕੱਲ੍ਹ ਨਈ ਪ੍ਰੋਫਾਈਲ ਹੈ, ਆਈ ਹੋਪ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, DevOps। DevOps ਦਾ ਮਤਲਬ ਕੀ ਹੈ? ਜੇ DevOps ਨੂੰ ਮੈਂ ਸਿੰਪਲੀਫਾਈ ਕਰੀਏ ਤਾਂ Dev ਮੀਨਸ ਡਿਵੈਲਪਮੈਂਟ, ਮੀਨਸ ਡਿਵੈਲਪਰ। Dev ਮੀਨਸ ਡਿਵੈਲਪਰ। Ops ਮਤਲਬ ਆਪਰੇਸ਼ਨਸ ਮੀਨਸ ਜੋ IT ਗਾਇਜ਼ ਆਪਰੇਸ਼ਨ ਆਪਰੇਟ ਕਰਦੇ ਸੀ ਪਹਿਲਾਂ, ਸਰਵਿਸ ਤੇ ਦੀ ਦੇਖਭਾਲ ਕਰਦੇ ਸੀਗੇ, ਤੇ ਦੋਨਾਂ ਨੂੰ ਇਕੱਠੇ ਜੋੜ ਕੇ ਬਣਾਤਾ DevOps, ਕਿ ਜਿਨ੍ਹਾਂ ਨੂੰ ਪ੍ਰੋਗਰਾਮਿੰਗ ਵੀ ਆਉਂਦੀ ਹੋਵੇ ਤੇ ਕਿਵੇਂ ਹੀ ਸਰਵਰ ਤੇ ਅਪਲੋਡ ਕਰਨਾ ਨੇ, ਕਿਵੇਂ ਹੀ ਕੁਝ ਜੌਬਸ ਨੇ ਉਹ ਚਲਾਉਣੀਆਂ ਨੇ, ਕੀ ਰਨ ਕਰਨਾ ਹੈ, ਕਿਵੇਂ CI/CD ਪਾਈਪਲਾਈਨਸ ਕ੍ਰੀਏਟ ਕਰਨੀਆਂ ਨੇ, ਰਾਈਟ। ਕਿ ਸਾਈਟਸ ਅਪਲੋਡ ਲਾਈਵ ਹੁੰਦੀਆਂ ਜਾਂ ਸਰਵਰ ਤੇ ਪੁਸ਼ ਹੋ ਜੇ ਆਪਣੇ ਆਪ ਹੀ। ਤੇ ਇਹ ਕੰਮ ਸਾਰਾ DevOps ਦਾ ਹੁੰਦਾ ਹੈ। DevOps ਇੱਕ ਨਵੀਂ ਪ੍ਰੋਫਾਈਲ ਆਈ ਹੈ, ਬੜੇ ਕੋਰਸ ਵੀ ਅਵੇਲੇਬਲ ਨੇ DevOps ਦੇ, ਤੁਸੀਂ YouTube ਤੇ Google ਤੇ ਸਰਚ ਮਾਰੋਗੇ, ਭਰਿਆ ਪਿਆ DevOps ਨਾਲ। ਤੇ ਇਹ DevOps ਦਾ ਕੰਮ ਹੁੰਦਾ ਹੈ, ਤੇ DevOps ਦੇ ਵਿੱਚ ਪ੍ਰੋਗਰਾਮਿੰਗ ਹੁੰਦੀ ਹੈ ਪਰ ਘੱਟ ਹੁੰਦੀ ਹੈ, ਆਪਰੇਸ਼ਨਸ ਤੇ ਜ਼ਿਆਦਾ ਫੋਕਸ ਕਰਨਾ ਹੁੰਦਾ ਹੈ ਉਹਨਾਂ ਨੇ। ਤੇ ਇੱਕ ਨਵੀਂ ਪ੍ਰੋਫਾਈਲ ਹੈ, ਰਾਈਟ। ਅੱਜ ਆਪਾਂ ਡਿਸਕਸ ਕੀਤੀਆਂ ਨੇ 4 ਪ੍ਰੋਫਾਈਲਸ IT ਦੀਆਂ, ਤੇ ਜੇ ਕਿਸੇ ਨੂੰ ਕੋਈ ਡਾਊਟ ਹੈ ਉਹ ਮੈਨੂੰ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਦੁਬਾਰਾ ਪੁੱਛ ਸਕਦਾ ਹੈ। ਤੇ ਪਲੀਜ਼ ਚੈਨਲ ਸਾਡਾ ਸਬਸਕ੍ਰਾਈਬ ਕਰੋ, ਤੇ ਸਾਡੇ ਐਂਗੂਲਰ ਦੇ ਟਿਊਟੋਰੀਅਲਸ ਚੱਲਦੇ ਨੇ ਉਹ ਵੀ ਜ਼ਰੂਰ ਦੇਖਿਓ। ਤੇ ਆਪਾਂ ਕਿਹੜੀ ਪ੍ਰੋਫਾਈਲ ਡਿਸਕਸ ਕੀਤੀ ਹੈ? ਡਿਜ਼ਾਈਨਿੰਗ, ਡਿਵੈਲਪਰਸ ਦੇ ਵਿੱਚ ਆ ਗਏ ਨੇ ਫਰੰਟ ਐਂਡ ਡਿਵੈਲਪਰ, ਬੈਕ ਐਂਡ ਡਿਵੈਲਪਰ, ਫੁੱਲ ਸਟੈਕ ਡਿਵੈਲਪਰ, ਰਾਈਟ। ਜਾਵਾਸਕ੍ਰਿਪਟ, jQuery, ਸਾਰੀ ਆਪਾਂ ਡਿਵੈਲਪਰਸ ਕਵਰ ਕਰ ਲਏ, ਪ੍ਰੋਗਰਾਮਿੰਗ ਲੈਂਗੁਏਜ ਜੋ ਕਿ ਡਿਮਾਂਡ 'ਚ ਨੇ ਅੱਜ ਕੱਲ੍ਹ। ਉਸ ਤੋਂ ਬਾਅਦ ਨੇ ਆਪਣੀ QA ਜੋ ਕਿ ਸਭ ਨੂੰ ਟੈਸਟ ਕਰਦੇ ਨੇ। ਉਸ ਤੋਂ ਬਾਅਦ ਆਉਂਦੇ ਨੇ DevOps। ਅੱਜ ਲਈ ਆਪਾਂ 4 ਹੀ ਕੀਤੀਆਂ ਨੇ। ਕਿਸੇ ਨੂੰ ਕੋਈ ਡਾਊਟ ਹੈ ਮੈਨੂੰ ਮੈਸੇਜ ਕਰ ਸਕਦਾ ਹੈ, ਕਮੈਂਟ ਕਰ ਸਕਦਾ ਹੈ। ਨੈਕਸਟ ਆਪਾਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ। ਤੇ ਆਈ ਹੋਪ ਤੁਸੀਂ ਜੇ ਮੇਰੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਸ਼ੇਅਰ ਦ ਵੀਡੀਓਜ਼। ਜੋ ਕਿ ਫਰੈਸ਼ਰਸ ਨੇ IT ਲਾਈਨ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ, ਉਹਨਾਂ ਲਈ ਜ਼ਰੂਰ ਸ਼ੇਅਰ ਕਰਿਓ। ਥੈਂਕਸ, ਬਾਏ ਬਾਏ।